पैरी दींदानी मखमली जोड़ा, जामाली रोली रो गया। दीदानी मखमली जोड़ा, जामाली रोली रो गया। मखमली जोड़ा, जामाली रोली रो गया। पैरी दीदानी मखमली जोड़ा, जामाली रोली रो गया। पैरी दीदानी मखमली जोड़ा, जामाली रोली रो गया। पैरी दीदानी मखमली जोड़ा, जामाली रोली रो गया। प्यारे जी जामाली रोली रो गया। प्यारिया जामाली रोली हो गया। जामाली रोली रो गया। प्यारा जामाली रोली हो गया। जामाली रोली हो गया। प्यारा जामाली रोली हो गया। पैरी दीदानी मखमली जोड़ा, जामाली रोली रो गया। चरनी दीदानी मखमली जोड़ा, जामाली रोली रो गया। पैरी दीदानी मखमली जोड़ा, जामाली रोली हो गया। पैरी दीदानी मखमली जोड़ा, जामाली रोली हो गया। मखमली जोड़ा, जामाली रोली हो गया। पैरी दीदानी मखमली जोड़ा, जामाली रोली हो गया। परम सत्कारयोग गुरु जी की साजी और नवाजी हुई साध संगत जी, अमृत वेले का समा गुरु जी ने बख्शिश किया है। वडभागी रूहां नूं जो नितनेम अनुसार इशनान ध्यान करके अमृत वेले का जागना जे कोई जागे। नित कर इशनान सिमर प्रभ अपना मन तन भय रोगा। गुरु सतगुरु का जो सिख खाए सो पल के उठर नाम ध्यावै। उद्यम करे भलके प्रभाती इशनान करे अमृत सरन आवे। इस करके वो रूहां जिन्हां उत्ते सतगुरु जी कृपा करते हैं, बख्शिश करते हैं, उठ के इशनान ध्यान करके गुरु जी के पावन चरणों में जुड़दियां हैं। बड़े भागन वडभागी हर संगत पावै। भागहीन भ्रम चोटां खावै। बिन भागा सतसंग न लभै। बिना कर्मा तो संगत जिहड़ी है गुरु की प्राप्त नहीं होंदी है। लभण का भाव प्राप्त होना। बिन संगत मैल भरीचै जीव। पहली गल तो बिना कर्मा तो संगत प्राप्त नहीं होंदी है, क्योंकि इन्हां दिनां दे विच तो उठना केवल औखा ही बहुत हुंदा है। मनुख गल्लां सुना दूगा वधिया वधिया दिने, पर अंमृत वेले का उठना ही बहुत औखा हुंदा है। क्यों? क्योंकि मनुख कहता काम धंधे ही इन्ने ने, नाले पता भी इन्हां काम धंधिਆਂ ने नाल नहीं जाना। जिहड़ा अगे को कुछ तुल्हा बंद हो क्या प्रवासा धन का। जिहड़ी नाल जाण वाली चीज़ असल चीज़ है, मनुख उस पासे कट जाता है। लाहे को तो ढीला ढीला तोटे को वेगत आया।
ਮਨੁੱਖ ਨੂੰ ਹੈ ਵੀ ਮੇਰੇ ਪੈਸੇ, ਮੇਰੇ ਧੀਆਂ, ਮੇਰੇ ਪੁੱਤਰ, ਮੇਰੇ ਪੋਤਰੇ ਪੋਤਰੀਆਂ ਇਹ ਨਾਲ ਜਾਣਗੇ, ਨਹੀਂ। ਇਹ ਤਾਂ ਕੇਵਲ ਤੇ ਕੇਵਲ ਤੇਰੇ ਨਾਲ ਸ਼ਮਸ਼ਾਨ ਭੂਮਿਕਾ ਤੱਕ ਜਾ ਕੇ ਨਵੇੜੇ ਆਉਣਗੇ ਕੰਮ। ਤੀਜੇ ਦਿਨ ਹੱਡੀਆਂ ਇਕੱਠੀਆਂ ਕਰੀਆਂ ਬੰਨ੍ਹ ਕੇ ਪੋਟਲੀ ਜੀ ਉਹ ਰੱਖ ਦੇਣਗੇ। ਭੋਗ ਤੋਂ ਬਾਅਦ ਫਿਰ ਜਾ ਕੇ ਕੀਰਤਪੁਰ ਪਾ ਕੇ ਤੇਰੀ ਸਮਾਪਤੀ ਕਰ ਦੇਣਗੇ। ਨਾ ਤਾਂ ਉਹ ਧਨ ਨਾਲ ਗਿਆ, ਨਾ ਉਹ ਧੀਆਂ ਪੁੱਤਰ ਨਾਲ ਗਏ, ਨਾ ਉਹ ਪੁੱਤਰ ਪੋਤਰੇ ਨਾਲ ਗਏ, ਇੱਥੇ ਰਹਿ ਗਏ ਨੇ ਸਾਰਾ ਕੁਝ। ਫਿਰ ਅੱਗੇ ਜਾਣ ਵਾਲੀ ਵੀ ਕੋਈ ਚੀਜ਼ ਹੈ। ਉਹ ਕੀ ਕਹਿੰਦੇ ਨੇ, ਗੁਰੂ ਸਾਹਿਬ ਜੀ ਤੋਂ ਪੁੱਛ ਲਓ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ। ਕਹਿੰਦੇ ਦੇਖੋ ਕਿੰਨੇ ਨੇ, ਮਾਤਾ ਪਿਤਾ ਪੁੱਤਰ ਘਰ ਵਾਲੀ ਬੱਚੇ ਸਾਰਾ ਕੁਝ ਗਿਣ ਦਿੱਤਾ। ਸੱਚੇ ਪਾਤਸ਼ਾਹ ਫਿਰ ਇਹਨਾਂ ਨੇ ਇੰਨਾ ਕੁਟੰਬ ਕੇ ਜੋੜਿਆ। ਕਹਿੰਦੇ ਮਨ ਉਹਾ ਨਾਮ ਤੇਰਾ ਸੰਗ ਸਹਾਈ। ਤੂੰ ਤਾਂ ਐਵੇਂ ਜੋੜੀ ਫਿਰਦਾ ਇਹਨਾਂ ਦੇ ਨਾਲ, ਇਹਨਾਂ ਨੇ ਤੇਰੇ ਨਾਲ ਨਹੀਂ ਜਾਣਾ। ਨਾਲ ਜਾਣ ਵਾਲਾ ਤੇਰੇ ਪ੍ਰਮਾਤਮਾ ਦਾ ਨਾਮ ਹੈ। ਜਦੋਂ ਉਸ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਪੁੱਛਿਆ ਗਿਆ ਤੂੰ ਕਿੰਨਾ ਕੁ ਚਿਰ ਨਾਮ ਜਪਿਆ, ਕਿੰਨਾ ਕੁ ਚਿਰ ਸੇਵਾ ਕੀਤੀ ਹੈ, ਕਿੰਨਾ ਕੁ ਚਿਰ ਸਿਮਰਨ ਕੀਤਾ ਹੈ, ਕਿੰਨਾ ਕੁ ਚਿਰ ਉੱਠ ਕੇ, ਜਦੋਂ ਫਿਰ ਸਾਰਾ ਜੋੜ ਕੀਤਾ ਗਿਆ, ਫਿਰ ਉੱਥੇ ਥੋੜੇ ਤੇਰੇ ਲੇਖੇ ਦੇ ਵਿੱਚ ਥੋੜੀਆਂ ਘੜੀਆਂ ਆਉਣਗੀਆਂ, ਫਿਰ ਪਛਤਾਏਗਾ। ਮੱਝ ਕਹਿੰਦੇ ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ। ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ। ਇਸ ਕਰਕੇ ਰੋਜ਼ ਇਹੀ ਗੱਲ ਆਖੀ ਜਾਂਦੀ ਹੈ, ਸਮਝਾਈ ਜਾਂਦੀ ਹੈ, ਪਰ ਇਹ ਮਨ ਦੇ ਨਹੀਂ ਲੱਗਦੀ। ਤੇ ਮਨ ਪਾ ਕੇ ਕੰਨ ਵਿੱਚ ਦੀ ਇੱਧਰ ਦੀ ਪਾ ਕੇ ਕੱਢਦਾ, ਕਹਿੰਦਾ ਸੌ ਜੋ ਰਾਮ ਰਜਾਈ ਦੱਬ ਕੇ। ਇਹਨਾਂ ਦਾ ਤਾਂ ਰੋਜ਼ ਦਾ ਕੰਮ ਹੈ। ਪਰ ਹਾਂ ਇੱਥੇ ਤਾਂ ਨਹੀਂ ਕੁਝ ਪਤਾ ਲੱਗਦਾ। ਜਦੋਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਗਿਆ ਉੱਥੇ ਜਾ ਕੇ ਪਤਾ ਲੱਗੋ। ਉੱਥੇ ਫਿਰ ਸੋਚਦਾ ਮਨੁੱਖ, ਉਹ ਮੇਰੇ ਨਾਲ ਤਾਂ ਕੁਝ ਵੀ ਨਹੀਂ ਆਇਆ ਹੈ। ਧੀਆਂ ਪੁੱਤਰਾਂ ਨੇ ਉੱਥੇ ਸਮਾਪਤੀ ਕਰ ਦਿੱਤੀ, ਮੇਰੀ ਸਾਰਾ ਕੁਝ ਕਰ ਦਿੱਤਾ। ਮੈਂ ਜਿਨ੍ਹਾਂ ਦਾ ਇੰਨਾ ਕਰਦਾ ਸੀ, ਹੱਦ ਤੋਂ ਜ਼ਿਆਦਾ ਆਪਣੇ ਮੁਖ ਵਿੱਚੋਂ ਕੱਢ ਦਿੰਦਾ ਸੀ, ਜੇਬ ਵਿੱਚ ਖਾਲੀ ਕਰ ਦਿੰਦਾ ਸੀ, ਪੈਸਿਆਂ ਨਾਲ ਸਾਰੀ ਉਹਨਾਂ ਦੇ ਅੱਗੇ ਧਰ ਦਿੰਦਾ ਸੀ, ਨਹੀਂ ਕੋਈ ਆਇਆ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੇ ਫਿਰ ਮਨੁੱਖ ਪਛਤਾਉਂਦਾ ਹੈ। ਹੁਣ ਰੱਬ ਦਾ ਨਾਮ ਨਹੀਂ ਲੈਂਦਾ ਹੈ, ਨਾ ਸੁਣਦਾ ਹੈ ਨਾ ਲੈਂਦਾ ਹੈ। ਜੇ ਕਹਿੰਦੇ ਆ ਲੈਣ ਨੂੰ ਤਾਂ ਫਿਰ ਉਲਟਾ ਸਕਾ ਤੇ ਗਲ ਪੈਣ ਨੂੰ ਆਉਂਦਾ ਹੈ। ਕਹਿਣ ਲੱਗਿਆ ਮੈਨੂੰ ਸੁਣਦਾ ਸਭ ਕੁਝ, ਮੈਂ ਬੋਲਾ ਥੋੜੀ ਹੈ। ਮਹਾਰਾਜ ਜੀ ਕਹਿੰਦੇ ਬੋਲਾ ਨਹੀਂ ਹੈ। ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ, ਇਹ ਸਰੀਰ ਹੈ ਮੇਰਿਆ ਇਸ ਜਗ ਮੈਂ ਆਏ ਕੈ ਕੀ ਕਿਆ ਤੁਧ ਕਰਮ ਕਮਾਇਆ। ਕਹਿੰਦੇ ਕੀ ਕਰਿਆ? ਕਹਿੰਦਾ ਜੀ ਮੈਂ ਦਿਹਾੜੀ ਕਰੀ, ਮੈਂ ਧੀਆਂ ਪਾਲੀਆਂ, ਪੁੱਤਰ ਪਾਲੇ, ਵਿਆਹ ਕਰੇ ਉਹਨਾਂ ਦੇ। ਮਹਾਰਾਜ ਜੀ ਕਹਿੰਦੇ ਕੀਆ ਬਰਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੂੰ ਪਰਮਾਤਮਾ ਦਾ ਕੇਵਲ ਨਾਮ ਲੈਣਾ ਸੀ, ਉਹ ਤੂੰ ਉਸ ਪਾਸੇ ਤਾਂ ਹੋਇਆ ਹੀ ਨਹੀਂ। ਤੂੰ ਤਾਂ ਧੀਆਂ ਪੁੱਤਰਾਂ ਦੇ ਮੋਹ ਦੇ ਵਿੱਚ ਇੰਨਾ ਫਸ ਗਿਆ, ਉਹਨਾਂ ਨੂੰ ਭੁੱਲ ਹੀ ਗਿਆ, ਉਸ ਪਰਮਾਤਮਾ ਨੂੰ ਭੁੱਲ ਗਿਆ। ਕਿਸ ਨੂੰ? ਦਾਤੇ ਨੂੰ ਭੁੱਲ ਗਿਆ, ਦਾਤਾ ਨਾਲ ਪਿਆਰ ਪਾ ਲਿਆ। ਦਾਤੇ ਨੂੰ ਭੁੱਲ ਗਿਆ, ਦਾਤਾ ਨਾਲ ਪਿਆਰ ਪਾ ਲਿਆ। ਦਾਤੇ ਨੂੰ ਭੁੱਲ ਗਿਆ, ਦਾਤਾ ਨਾਲ ਪਿਆਰ ਪਾ ਲਿਆ। ਦਾਤੇ ਨੂੰ ਭੁੱਲ ਗਿਆ, ਦਾਤਾ ਨਾਲ ਪਿਆਰ ਪਾ ਲਿਆ। ਭੁੱਲ ਗਿਆ, ਦਾਤਾ ਨਾਲ ਪਿਆਰ ਪਾ ਲਿਆ। ਦਾਤੇ ਨੂੰ ਭੁੱਲ ਗਿਆ, ਦਾਤਾ ਨਾਲ ਪਿਆਰ ਪਾ ਲਿਆ। ਦਾਤਾ ਨਾਲ ਪਿਆਰ ਪਾ ਲਿਆ, ਦਾਤਾ ਨਾਲ ਪਿਆਰ ਪਾ ਲਿਆ। ਦਾਤਾ ਨਾਲ ਪਿਆਰ ਪਾ ਲਿਆ, ਦਾਤਾ ਨਾਲ ਪਿਆਰ ਪਾ ਲਿਆ। ਦਾਤਾ ਨਾਲ ਪਿਆਰ ਪਾ ਲਿਆ। ਦਾਤੇ ਨੂੰ ਭੁੱਲ ਗਿਆ, ਦਾਤਾ ਨਾਲ ਪਿਆਰ ਪਾ ਲਿਆ। ਦਾਤੇ ਨੂੰ ਭੁੱਲ ਗਿਆ, ਦਾਤਾ ਨਾਲ ਪਿਆਰ ਪਾ ਲਿਆ। ਦਾਤੇ ਨੂੰ ਭੁੱਲ ਗਿਆ, ਦਾਤਾ ਨਾਲ ਪਿਆਰ ਪਾ ਲਿਆ। ਦਾਤੇ ਨੂੰ ਭੁੱਲ ਗਿਆ, ਦਾਤਾ ਨਾਲ ਪਿਆਰ ਪਾ ਲਿਆ। ਭੁੱਲ
ਪਿਆਰ ਪਾਲਿਆ ਦਾਤੇ ਨੂੰ ਭੁੱਲ ਗਿਆ ਦਾਤਾ ਨਾਲ ਪਿਆਰ ਪਾਲਿਆ ਦਾਤ ਪਿਆਰੀ ਵਿਸਰਿਆ ਦਾਤਾਰਾ ਵਿਸਰਿਆ ਦਾਤਾਰਾ। ਦਾਤ ਜਿਹੜੀ ਦਾਤੇ ਨੇ ਦਿੱਤੀ ਸੀ, ਜਿਹਨੇ ਦਿੱਤੀ ਸੀ ਉਹਨੂੰ ਭੁੱਲ ਗਿਆ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚ ਫਸ ਗਿਆ, ਪਰਮਾਤਮਾ ਨੂੰ ਭੁੱਲ ਗਿਆ। ਜਿਵੇਂ ਮਾਂ ਇੱਕ ਛੋਟੇ ਜਿਹੇ ਬੱਚੇ ਨੂੰ ਖਿਡੌਣਾ ਦੇ ਦਿੰਦੀ ਹੈ ਤੇ ਮਾਂ ਦਾ ਪੁੱਤਰ ਜਿਹੜਾ ਉਹ ਖਿਡੌਣੇ ਦੇ ਵਿੱਚ ਲੱਗ ਜਾਂਦਾ, ਮਾਂ ਆਪਣਾ ਕੰਮ ਧੰਦਾ ਕਰੀ ਜਾਂਦੀ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਖਿਡੌਣੇ ਨੇ ਦਿੱਤੇ ਹੋਏ, ਜਿਹੜਾ ਇਹਨਾਂ ਦੇ ਵਿੱਚ ਖਚਤ ਹੋ ਗਿਆ, ਭੁੱਲ ਗਿਆ ਪਰਮਾਤਮਾ ਨੂੰ। ਫਿਰ ਮਹਾਰਾਜ ਜੀ ਕਹਿੰਦੇ ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੈ ਕਹਾ ਇਕਨਾਂ ਨੂੰ ਸਭ ਸੋਝੀਆ ਇੱਕ ਫਿਰਦੇ ਬੇਪਰਵਾਹ। ਕਰਕੇ ਆਓ ਸ਼ਹੀਦਾਂ ਦੇ ਦਿਨ ਚੱਲ ਰਹੇ ਹਨ। ਮੈਂ ਅੱਜ ਕਰ ਆਇਆ ਚਮਕੌਰ ਦੀ ਗੜੀ, ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਫਿਰ 2 ਹੀ ਦਿਨ ਰਹੇ, ਕੇਵਲ 8 ਤੇ 9 ਪੋਹ ਦਾ 2 ਹੀ ਦਿਨ ਰਹੇ ਮਹਾਰਾਜ। ਸਾਰੇ ਸਿੰਘ ਸ਼ਹੀਦ ਹੋਏ ਪਏ ਨੇ ਚਮਕੌਰ ਦੀ ਗੜੀ ਅੰਦਰ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਫਿਰ ਉਹ ਸਿੰਘਾਂ ਦੇ ਕਹਿਣ ਤੇ ਉਹ ਚਮਕੌਰ ਦੀ ਗੜੀ ਨੂੰ ਛੱਡ ਕੇ ਮਹਾਰਾਜ ਜੀ ਜਾ ਰਹੇ ਨੇ। ਮੈਦਾਨੇ ਜੰਗ ਵਿੱਚ ਤਿੰਨੇ ਸਿੰਘਾਂ ਦਾ ਆਪਸ ਵਿੱਚ ਮਰ ਦੇ ਨਾਲੋਂ ਵਿਛੋੜਾ ਪੈ ਗਿਆ। ਵਿਛੋੜਾ ਸੁਣੇ ਦੁੱਖ ਬਿਨ ਡਿੱਠੇ ਮਰਿਓ ਬਾਝ ਪਿਆਰੇ ਆਪਣੇ ਬਿਰਹੀ ਨਾ ਤਿਰੋਦ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨਾਲੋਂ ਤਿੰਨੇ ਸਿੱਖ ਵਿਛੜ ਗਏ, ਉਹ ਵੀ ਰੋਂਦੇ ਨੇ, ਉਧਰ ਚਮਕੌਰ ਦੀ ਗੜੀ ਵੀ ਰੋ ਰਹੀ ਹੈ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਤੋਂ ਛੱਡ ਕੇ ਆਏ, ਅਨੰਦਪੁਰੀ ਰੋਈ। ਪਟਨਾ ਸਾਹਿਬ ਤੋਂ ਛੱਡ ਕੇ ਆਏ, ਪਟਨਾ ਸਾਹਿਬ ਦੀ ਧਰਤੀ ਰੋਈ, ਉੱਥੋਂ ਦੇ ਹਾਣੀ ਸਾਰੇ ਰੋਏ ਛੋਟੇ ਛੋਟੇ। ਤੇ ਅੱਜ ਚਮਕੌਰ ਦੀ ਗੜੀ ਤੇ ਪਿਆਰ ਵਿੱਚ ਆ ਕੇ ਰੱਬ ਦੇ ਫਕੀਰ ਫਰਮਾਨ ਕਰ ਦਿੰਦੇ, ਰੋਈ ਚਮਕੌਰ ਦੀ ਗੜੀ ਤੁਰ ਚੱਲਿਆ ਪੰਥ ਦਾ ਬਾਲੀ। ਰੋਈ ਚਮਕੌਰ ਦੀ ਗੜੀ ਚੱਲਿਆ ਪੰਥ ਦਾ ਬਾਲੀ। ਰੋਈ ਚਮਕੌਰ ਦੀ ਗੜੀ ਤੁਰ ਚੱਲਿਆ ਪੰਥ ਦਾ ਬਾਲੀ। ਰੋਈ ਚਮਕੌਰ ਦੀ ਗੜੀ ਤੁਰ ਚੱਲਿਆ ਪੰਥ ਦਾ ਬਾਲੀ। ਰੋਈ ਚਮਕੌਰ ਦੀ ਗੜੀ ਤੁਰ ਚੱਲਿਆ ਪੰਥ ਦਾ ਬਾਲੀ। ਰੋਈ ਚਮਕੌਰ ਦੀ ਗੜੀ ਤੁਰ ਚੱਲਿਆ ਪੰਥ ਦਾ ਬਾਲੀ। ਰੋਈ ਚਮਕੌਰ ਦੀ ਗੜੀ, ਰੋਈ ਚਮਕੌਰ ਦੀ ਗੜੀ ਤੁਰ ਚੱਲਿਆ ਪੰਥ ਦਾ ਬਾਲੀ। ਰੋਈ ਚਮਕੌਰ ਦੀ ਗੜੀ ਤੁਰ ਚੱਲਿਆ ਪੰਥ ਦਾ ਬਾਲੀ। ਰੋਈ ਚਮਕੌਰ ਦੀ ਗੜੀ ਤੁਰ ਚੱਲਿਆ ਪੰਥ ਦਾ ਬਾਲੀ। ਰੋਈ ਚਮਕੌਰ ਦੀ ਗੜੀ ਤੁਰ ਚੱਲਿਆ ਪੰਥ ਦਾ ਬਾਲੀ। ਰੋਈ ਚਮਕੌਰ ਦੀ ਗੜੀ ਤੁਰ ਚੱਲਿਆ ਪੰਥ ਦਾ ਬਾਲੀ। ਰੋਈ ਚਮਕੌਰ ਦੀ ਗੜੀ ਤੁਰ ਚੱਲਿਆ ਪੰਥ ਦਾ ਬਾਲੀ। ਮਹਾਰਾਜ ਦੇ ਚਰਨਾਂ ਵਿੱਚ ਜੋੜਾ ਨਹੀਂ ਹੈ, ਥੱਲੇ ਘੋੜਾ ਨਹੀਂ ਹੈ, ਸਿਰ ਤੇ ਤਾਜ ਨਹੀਂ, ਹੱਥ ਤੇ ਬਾਜ ਨਹੀਂ ਹੈ। ਮਹਾਰਾਜ ਚਮਕੌਰ ਦੀ ਗੜੀ ਚੋਂ ਨਿਕਲ ਕੇ ਫਿਰ ਮਣੀ ਮਾਜਰੇ ਹੁੰਦੇ ਹੋਏ ਸੱਚੇ ਪਾਤਸ਼ਾਹ ਬਹਿਲੋਰਪੁਰ ਪਿੰਡ ਅਜੋਧਰ ਨੂੰ ਜਾ ਪਹੁੰਚੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਤੁਰੇ ਜਾਂਦੇ ਨੇ, ਰਾਤ ਦਾ ਸਮਾਂ, ਇਕੱਲੇ ਹੀ ਨੇ ਮਹਾਰਾਜ। ਸਿੰਘ ਤਿੰਨੇ ਵੱਖ ਹੋ ਗਏ, ਸਿੰਘ ਇਕੱਠੇ ਨੇ ਪਰ ਮਹਾਰਾਜ ਸਰੀਰ ਦੇ ਨਾਲੋਂ ਵੱਖ ਹੋ ਗਏ। ਉੱਚੀ ਉੱਚੀ ਰੋਂਦੇ ਨੇ, ਸਾਡਾ ਗੁਰੂ ਕਿੱਧਰ ਚਲਿਆ ਗਿਆ। ਭਾਈ ਦਇਆ ਸਿੰਘ ਜੀ ਕਹਿਣ ਲੱਗੇ ਗੁਰੂ ਜ਼ਰੂਰ ਮਿਲ ਜੂਗਾ, ਪਰ ਮਹਾਰਾਜ ਨੇ ਕਿਹਾ ਸੀ ਧਰੂਣ ਤਾਰੇ ਦੀ ਟੇਕ ਰੱਖ ਕੇ ਸਿੱਧੇ ਆ ਜਿਓ, ਤੁਹਾਡੇ ਨਾਲ ਮਿਲਾਪ ਹੋ ਜਾਵੇਗਾ। ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਬਹਿਲੋਲਪੁਰ ਪਿੰਡ ਨੂੰ ਹੋ ਗਏ। ਸੁਬਹ ਅੰਮ੍ਰਿਤ ਵੇਲਾ ਹੋਣ ਲੱਗਿਆ ਤੇ ਮਹਾਰਾਜ ਜੀ ਨੇ ਪੁੱਛਿਆ, ਇੱਕ ਬ੍ਰਾਹਮਣ ਵੀਰ ਆ ਰਿਹਾ, ਹੱਥ ਵਿੱਚ ਗੜਬੀ ਚੱਕੀ ਹੋਈ ਹੈ, ਕਿਰਿਆ ਕਰਨ ਵਾਸਤੇ ਜਾ ਰਿਹਾ ਦੂਰ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਵਿਦਵਾਨ ਪੰਡਤ ਬ੍ਰਾਹਮਣ ਨੂੰ ਪੁੱਛਿਆ, ਭਾਈ ਇਹ ਕਿਹੜਾ ਪਿੰਡ ਹੈ? ਉਹ ਕਹਿਣ ਲੱਗਾ ਜੀ ਇਹ ਬਹਿਲੋਲਪੁਰ ਪਿੰਡ ਹੈ। ਮਹਾਰਾਜ ਦੇ ਹੱਥ ਦੇ ਵਿੱਚ ਕੱਲੀ ਤਲਵਾਰ ਫੜੀ ਹੋਈ ਹੈ, ਜਿਹੜੇ ਬਸਤਰ ਨੇ ਉਹ ਵੀ ਪਾਟੇ ਪਏ ਨੇ ਮਹਾਰਾਜ ਜੀ ਦੇ।
ਜਾਮਾ ਵੀ ਜਿਹੜਾ ਮਰ ਦਾ ਚੋਲਾ ਪਾਇਆ ਉਹ ਵੀ ਪਾਟ ਗਿਆ ਝਾੜੀਆਂ ਵਿੱਚ ਫਸ ਕੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਬਹਿਲੋਲਪੁਰ ਪਿੰਡ ਵਿੱਚ ਇੱਕ ਸਾਡਾ ਪੂਰਨ ਮਸੰਦ ਹੈ, ਉਹਦਾ ਘਰ ਕਿੱਥੇ ਹੈ? ਹੱਥ ਬੰਨ੍ਹ ਕੇ ਆਖਿਆ ਜੀ ਜਦੋਂ ਨਗਰ ਦੇ ਵਿੱਚ ਵੜਾਂਗੇ ਜਾਂਦਿਆਂ ਨੂੰ ਪਿੰਡ ਦੇ ਬਾਹਰਲੇ ਪਾਸੇ ਉਸ ਪੂਰਨ ਮਸੰਦ ਦਾ ਘਰ ਹੈ, ਜਿਹੜਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਗੁਰੂ ਜੀ ਨੂੰ ਬੇਨਤੀ ਕਰਦਾ ਸੱਚੇ ਪਾਤਸ਼ਾਹ ਕਿਤੇ ਸਾਡੇ ਘਰ ਵੀ ਆ ਕੇ ਚੱਲਣ ਪਾ ਦਿਓ, ਕਿਤੇ ਮੈਨੂੰ ਵੀ ਸਮਾਂ ਦੇ ਦਿਓ। ਮਹਾਰਾਜ ਕਹਿਣ ਲੱਗੇ ਆ ਤਾਂ ਜਾਵਾਂਗੇ ਪਰ ਤੈਂ ਉਸ ਵਕਤ ਸਾਨੂੰ ਪਛਾਣਨਾ ਨਹੀਂ ਹੈ। ਜ਼ਰੂਰ ਜਦੋਂ ਤੇਰੇ ਘਰ ਦਾ ਅੰਨ ਪਾਣੀ ਹੋਇਆ ਦਾਣਾ ਪਾਣੀ ਹੋਇਆ ਜ਼ਰੂਰ ਆਵਾਂਗੇ। ਜਾ ਕੇ ਸਾਲ ਬਾਅਦ ਜਾਂਦਾ ਹੈ, ਵਸਤੂਆਂ ਇਕੱਠੀਆਂ ਕਰਕੇ ਭੇਟਾ ਕਰ ਦਿੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਤੇ ਜਾ ਕੇ ਅਰਜ਼ ਕਰਦਾ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਕਿਤੇ ਮੇਰੀ ਵੀ ਜਿਹੜੀ ਉਹ ਛੰਨ ਹੈ ਉਹਨੂੰ ਭਾਗ ਲਾ ਦਿਓ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਜ਼ਰੂਰ ਆਵਾਂਗੇ। ਪੂਰਨ ਮਸੰਦ ਨੇ ਆਖਿਆ ਕਿਤੇ ਗਰੀਬ ਦੀ ਕੁੱਲੀ ਨੂੰ ਭਾਗ ਲਾ ਜਾ, ਰਾਜਿਆਂ ਦੇ ਜਾਣ ਵਾਲਿਆ ਗਰੀਬ ਦੀ ਕੁੱਲੀ ਨੂੰ ਭਾਗ ਲਾ ਜਾ, ਰਾਜਿਆਂ ਦੇ ਜਾਣ ਵਾਲਿਆ ਕਿਤੇ ਗਰੀਬ ਦੀ ਕੁੱਲੀ ਨੂੰ ਭਾਗ ਲਾ ਜਾ, ਰਾਜਿਆਂ ਦੇ ਜਾਣ ਵਾਲਿਆ ਕਿਤੇ ਗਰੀਬ ਦੀ ਕੁੱਲੀ ਨੂੰ ਭਾਗ ਲਾ ਜਾ, ਰਾਜਿਆਂ ਦੇ ਜਾਣ ਵਾਲਿਆ ਕੁੱਲੀ ਨੂੰ ਭਾਗ ਲਾ ਜਾ, ਰਾਜਿਆਂ ਦੇ ਜਾਣ ਵਾਲਿਆ ਕਿਤੇ ਗਰੀਬ ਦੀ ਕੁੱਲੀ ਨੂੰ ਭਾਗ ਲਾ ਜਾ, ਰਾਜਿਆਂ ਦੇ ਜਾਣ ਵਾਲਿਆ ਰਾਜਿਆਂ ਦੇ ਜੀ ਜਾਣ ਵਾਲਿਆ, ਰਾਜਿਆਂ ਦੇ ਜੀ ਜਾਣ ਵਾਲਿਆ, ਰਾਜਿਆਂ ਦੇ ਜਾਣ ਵਾਲਿਆ, ਰਾਜਿਆਂ ਦੇ ਜੀ ਜਾਣ ਵਾਲਿਆ, ਰਾਜਿਆਂ ਦੇ ਜਾਣ ਵਾਲਿਆ, ਉਹ ਰਾਜਿਆਂ ਦੇ ਜੀ ਜਾਣ ਵਾਲਿਆ ਤੇ ਗਰੀਬ ਦੀ ਕੁੱਲੀ ਨੂੰ ਭਾਗ ਲਾ ਜਾ, ਰਾਜਿਆਂ ਦੇ ਜਾਣ ਵਾਲਿਆ ਕਿਤੇ ਗਰੀਬਾਂ ਦੀ ਕੁੱਲੀ ਨੂੰ ਭਾਗ ਲਾ ਜਾ, ਮਹਿਲਾਂ ਵਿੱਚ ਰਹਿਣ ਵਾਲਿਆ ਗਰੀਬ ਦੀ ਕੁੱਲੀ ਨੂੰ ਭਾਗ ਲਾ ਜਾ, ਰਾਜਿਆਂ ਦੇ ਜਾਣ ਵਾਲਿਆ ਕਿਤੇ ਗਰੀਬ ਦੀ ਕੁੱਲੀ ਨੂੰ ਭਾਗ ਲਾ ਜਾ, ਰਾਜਿਆਂ ਦੇ ਜਾਣ ਵਾਲਿਆ ਨੂੰ ਭਾਗ ਲਾ ਜਾ, ਰਾਜਿਆਂ ਦੇ ਜਾਣ ਵਾਲਿਆ ਕਿਤੇ ਗਰੀਬ ਦੀ ਕੁੱਲੀ ਨੂੰ ਭਾਗ ਲਾ ਜਾ, ਰਾਜਿਆਂ ਦੇ ਜਾਣ ਵਾਲਿਆ ਅਰਜ ਬੇਨਤੀ ਕਰੀ ਸੱਚੇ ਪਾਤਸ਼ਾਹ ਕਿਤੇ ਸਾਡੇ ਘਰ ਵੀ ਚੱਲਣ ਪਾ ਦਿਓ। ਮਰਜੀ ਕਹਿਣ ਲੱਗੇ ਜ਼ਰੂਰ ਆਵਾਂਗੇ। ਜਦੋਂ ਗੁਰੂ ਨੇ ਹੁਕਮ ਕਰਿਆ, ਸਤਿਗੁਰੂ ਦਾ ਹੁਕਮ ਹੋਇਆ, ਮੇਰੇ ਮਾਲਕ ਦਾ ਅਕਾਲ ਪੁਰਖ ਦਾ ਹੁਕਮ ਹੋਇਆ, ਹਜੇ ਮੈਂ ਉਹਦੀ ਰਜਾ ਵਿੱਚ ਹਾਂ, ਜਦੋਂ ਹੁਕਮ ਹੋ ਗਿਆ ਜ਼ਰੂਰ ਆਵਾਂਗੇ। ਤੇ ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਪੂਰਨ ਮਸੰਦ ਦੇ ਘਰ ਦੇ ਅੱਗੇ ਜਾ ਕੇ ਮਹਾਰਾਜ ਜੀ ਨੇ ਆਵਾਜ਼ ਮਾਰੀ। ਪੂਰਨ ਮਸੰਦ ਦਾ ਇੱਕ ਨੌਕਰ ਸੀ ਜਿਹਦਾ ਨਾਮ ਸੀ ਜਿਉਣਾ। ਆਵਾਜ਼ ਸੁਣੀ, ਮਿੱਠੀ ਆਵਾਜ਼ ਕੰਨਾਂ ਵਿੱਚ ਪਈ। ਭੱਜ ਕੇ ਜਾ ਕੇ ਗੇਟ ਖੋਲ੍ਹਿਆ। ਹਨੇਰੀ ਰਾਤ ਹੈ, ਧੁੰਦ ਪੈਂਦੀ ਹੈ, ਠੱਕਾ ਚੱਲਦਾ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਸ਼ਨ ਕੀਤਾ, ਦੇਖਿਆ ਉਹਨਾਂ ਦੇ ਪਾਵਨ ਪਵਿੱਤਰ ਚਿਹਰੇ ਦੇ ਵਿੱਚੋਂ ਬੜਾ ਸੁੰਦਰ ਪ੍ਰਕਾਸ਼ ਹੈ। ਤਨ ਦੇ ਬਸਤਰ ਵੀ ਪਾਟੇ ਹੋਏ ਨੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਕੇ ਜਿਉਣਾ ਜਿਹੜਾ ਨਾ ਉਹ ਨਿਹਾਲ ਹੋ ਗਿਆ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ ਸਾਹਮਣੇ ਗੁਰੂ ਜੀ ਦੇ ਦਰਸ਼ਨ ਕੀਤੇ। ਤੇ ਬਸ ਫਿਰ ਉਹ ਅੰਦਰਲੀ ਭੁੱਖ ਜਿਹੜੀ ਮਿਟ ਗਈ ਜਿਉਣੇ ਦੀ।
ਤੇ ਮਹਾਰਾਜ ਨੇ ਆਵਾਜ਼ ਦਿੱਤੀ, ਬਈ ਪੂਰਨ ਮਸੰਦ ਘਰ ਵਿੱਚ ਹੀ ਹੈ? ਕਹਿੰਦਾ ਜੀ ਹਾਂ ਹੈ, ਘਰ ਵਿੱਚ ਹੀ ਹੈ। ਚੰਗਾ ਬੁਲਾ ਕੇ ਲਿਆ, ਉਹਨੂੰ ਕਹਿ ਵੀ ਤੈਨੂੰ ਕੋਈ ਮਿਲਣ ਵਾਸਤੇ ਆਇਆ, ਰਾਹੀ ਹੈ। ਜਿਉਣੇ ਨੇ ਫੇਰ ਹੱਥ ਬੰਨ੍ਹ ਕੇ ਪੁੱਛਿਆ, ਮਹਾਰਾਜ ਆਪ ਜੀ ਕੌਣ ਹੋ, ਕਿੱਥੋਂ ਆਏ ਹੋ? ਜਾ ਕੇ ਕਹਿ ਦੀ ਜਿਉਣੇ ਨੂੰ, ਪੂਰਨ ਮਸੰਦ ਨੂੰ, ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦਾ ਵਾਸੀ ਹੈ, ਤੈਨੂੰ ਮਿਲਣ ਵਾਸਤੇ। ਜਦੋਂ ਜਿਉਣੇ ਨੇ ਇਹ ਸੁਣਿਆ ਤੇ ਬਸ ਭੱਜ ਕੇ ਫਿਰ 8 ਅੰਗ ਲਾ ਕੇ ਡੰਡੌਤ ਕੀਤੀ। ਡੰਡੌਤ ਬੰਦਨ ਨਾਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਤੇ ਜਿਉਣੇ ਨੇ ਫਿਰ ਲੰਬਾ ਪੈ ਕੇ ਭਗਤੀ ਕੀਤੀ ਪਰਮਾਤਮਾ ਦੇ ਚਰਨਾਂ ਵਿੱਚ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕਰੀ। ਨਾਲੇ ਕਹਿ ਰਿਹਾ, ਆਪਣੀ ਭਗਤੀ ਲਾ ਲੋ ਜੀ, ਸਾਨੂੰ ਆਪਣੀ ਭਗਤੀ ਲਾ ਲੋ, ਆਪਣੀ ਭਗਤੀ ਲਾ ਲੋ ਜੀ, ਸਾਨੂੰ ਆਪਣੀ ਭਗਤੀ ਲਾ ਲੋ, ਆਪਣੀ ਭਗਤੀ ਲਾ ਲੋ, ਸਾਨੂੰ ਆਪਣੀ ਭਗਤੀ ਲਾ ਲੋ, ਆਪਣੀ ਭਗਤੀ ਲਾ ਲੋ, ਸਾਨੂੰ ਆਪਣੀ ਭਗਤੀ ਲਾ ਲੋ, ਆਪਣੀ ਭਗਤੀ ਲਾ ਲੋ ਜੀ, ਸਾਨੂੰ ਆਪਣੀ ਭਗਤੀ ਲਾ ਲੋ, ਆਪਣੀ ਭਗਤੀ ਲਾ ਲੋ ਜੀ, ਸਾਨੂੰ ਆਪਣੀ ਭਗਤੀ ਲਾ ਲੋ, ਸਾਨੂੰ ਆਪਣੀ ਭਗਤੀ ਲਾ ਲੋ ਜੀ, ਸਾਨੂੰ ਆਪਣੀ ਭਗਤੀ ਲਾ ਲੋ, ਸਾਨੂੰ ਆਪਣੀ ਭਗਤੀ ਲਾ ਲੋ ਜੀ, ਸਾਨੂੰ ਆਪਣੀ ਭਗਤੀ ਲਾ ਲੋ, ਆਪਣੀ ਭਗਤੀ ਲਾ ਲੋ ਜੀ, ਸਾਨੂੰ ਆਪਣੀ ਭਗਤੀ ਲਾ ਲੋ, ਆਪਣੀ ਭਗਤੀ ਲਾ ਲੋ ਜੀ, ਸਾਨੂੰ ਆਪਣੀ ਭਗਤੀ, ਆਪਣੀ ਭਗਤੀ ਲਾ ਲੋ, ਆਪਣੀ ਭਗਤੀ ਲਾ ਲੋ, ਭਗਤੀ ਲਾ ਲੋ, ਸਾਨੂੰ ਆਪਣੀ ਭਗਤੀ ਲਾ ਲੋ, ਆਪਣੀ ਭਗਤੀ ਲਾ ਲੋ, ਸਾਨੂੰ ਆਪਣੀ ਭਗਤੀ ਲਾ ਲੋ, ਲਾ ਲੋ ਜੀ, ਸਾਨੂੰ ਆਪਣੀ ਭਗਤੀ ਲਾ ਲੋ, ਆਪਣੀ ਭਗਤੀ ਲਾ ਲੋ ਜੀ, ਸਾਨੂੰ ਆਪਣੀ ਭਗਤੀ ਲਾ ਲੋ। ਡੰਡੌਤ ਬੰਦਨ। ਸੱਚੇ ਪਾਤਸ਼ਾਹ ਧੰਨ ਹੈ, ਸੱਚੇ ਪਾਤਸ਼ਾਹ ਤੂੰ ਸਾਨੂੰ ਨਿਹਾਲ। ਸੁਣਿਆ ਬਹੁਤ ਸੀ ਜਿਉਣੇ ਨੇ, ਪਰ ਅੱਜ ਦਰਸ਼ਨ ਪਹਿਲੀ ਵਾਰ ਹੋਈ ਹੈ। ਕਹਿ ਰਿਹਾ ਤੁਧ ਡਿੱਠੇ ਸੱਚੇ ਪਾਤਸ਼ਾਹ, ਮਰ ਜਨਮ ਜਨਮ ਦੀ ਕੱਟੀ ਹੈ। ਉਸ ਜਿਉਣੇ ਨੇ, ਉਸ ਪੂਰਨ ਮਸੰਦ ਦੇ ਨੌਕਰ ਜਿਉਣੇ ਨੇ ਦਰਸ਼ਨ ਕਰੇ ਗੁਰੂ ਜੀ ਦੇ। ਉਹਦੇ ਆਲੇ ਦੁਆਲੇ ਮੱਝਾਂ ਹੀ ਬਹੁਤ ਖੜੀਆਂ ਨੇ, ਭਰਿਆ ਪਿਆ ਵਿਹੜਾ ਸਾਰਾ। ਤੇ ਉਥੋਂ ਮੰਜਾ ਕੱਢਿਆ, ਆਪਣੇ ਵਾਲਾ ਮੰਜਾ ਕੱਢ ਕੇ ਇੱਕ ਪਾਸੇ ਢਾ ਦਿੱਤਾ, ਸੱਚੇ ਪਾਤਸ਼ਾਹ ਇੱਥੇ ਬੈਠੋ। ਤੇ ਕੋਲ ਮਚਾ ਦਿੱਤੀ ਅੱਗ, ਠੰਡ ਬਹੁਤੀ ਸੀ। ਲੱਕੜਾਂ ਇਕੱਠੀਆਂ ਕਰਕੇ ਫਟਾਫਟ ਅੱਗ ਮਚਾ ਦਿੱਤੀ, ਆਪਣੇ ਵਾਲੇ ਮੰਜੇ ਉੱਤੇ ਬਿਠਾ ਲਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ। ਮਹਾਰਾਜ ਕਹਿਣ ਲੱਗੇ, ਜਿਉਣਿਆ ਜਾ ਪੂਰਨ ਮਸੰਦ ਨੂੰ ਉਠਾ ਕੇ ਲਿਆ। ਕਿੱਥੇ ਆ? ਮਰਜੀ ਚਵਾਰੇ ਵਿੱਚ ਸੁੱਤਾ ਪਿਆ ਹੈ। ਮਹਾਰਾਜ ਕਹਿਣ ਲੱਗੇ, ਆ ਸਮਾਂ ਸੌਣ ਦਾ, ਇਸ ਵੇਲੇ ਤਾਂ ਗੁਰ ਸਤਿਗੁਰੂ ਕਾ ਜੋ ਸਿੱਖ ਖਾਏ, ਇਸ ਵੇਲੇ ਤਾਂ ਬਾਣੀ ਪੜ੍ਹਦੇ ਨੇ ਗੁਰੂ ਕੇ ਸਿੱਖ। ਤੇ ਉਹ ਇਸ ਵੇਲੇ ਸੁੱਤਾ ਪਿਆ? ਹਾਂ ਮਹਾਰਾਜ ਜੀ, ਇਸ ਵੇਲੇ ਸੁੱਤਾ ਪਿਆ, ਆਰਾਮ ਕਰਦਾ ਹੈ। ਫਟਾਫਟ ਕੱਚੀਆਂ ਪੌੜੀਆਂ ਚੜ੍ਹਿਆ ਜਿਉਣਾ, ਜਾ ਕੇ ਫਟਾਫਟ ਗੇਟ ਨੂੰ ਖੜਕਾਉਣ ਲੱਗ ਗਿਆ, ਇੱਕੇ ਲੱਗਤੀ, ਨਾਲੇ ਵਾਜਾ ਮਾਰਦਾ ਹੈ। ਕਹਿਣ ਲੱਗਿਆ, ਉਹ ਦੇਖ ਤੇਰੇ ਵਿਹੜੇ ਵਿੱਚ ਕੌਣ ਆਇਆ ਹੈ। ਜਦੋਂ ਫਟਾਫਟ ਕੇ ਸਾਈਂ ਲੱਗ ਗਿਆ, ਫਟਾਫਟ ਗੇਟ ਖੜਕਾਉਣ, ਤੇ ਪੂਰਨ ਮਸੰਦ ਉੱਠਿਆ, ਉੱਠ ਕੇ ਗੇਟ ਖੋਲਿਆ। ਹਾਂ ਕੀ ਹੋ ਗਿਆ ਤੈਨੂੰ? ਉਹ ਦੇਖ ਤੇਰੇ ਵਿਹੜੇ ਵਿੱਚ ਅੱਜ ਚੰਦ ਚੜਿਆ ਪਿਆ ਹੈ। ਗੱਲ ਦੱਸ ਕੀ ਹੈ? ਕਹਿਣ ਲੱਗਿਆ, ਆਨੰਦਪੁਰ ਸਾਹਿਬ ਦਾ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਤੇਰੇ ਵਿਹੜੇ ਵਿੱਚ ਆਇਆ ਬੈਠਾ ਹੈ। ਜਿਉਣੇ ਨੇ ਪੁੱਛਿਆ, ਪੂਰਨ ਮਸੰਦ ਨੇ ਪੁੱਛਿਆ, ਉਹਦੇ ਨਾਲ ਕੌਣ ਹੈ? ਕਹਿੰਦੇ ਹੈ ਇਕੱਲੇ। ਇੱਕ ਹੱਥ ਵਿੱਚ ਸ੍ਰੀ ਸਾਹਿਬ ਫੜੀ ਹੋਈ ਹੈ, ਬਸਤਰ ਵੀ ਪਾਟੇ ਨੇ, ਚਰਨ ਨੰਗੇ ਨੇ। ਜਦੋਂ ਵੇਖਿਆ ਬਈ ਹਾਂ ਇਹ ਤਾਂ ਭਾਣਾ ਵਾਪਰ ਗਿਆ, ਫਿਰ ਕਹਿ ਦਿੱਤਾ ਪੂਰਨ ਮਸੰਦ ਨੇ ਜਿਉਣੇ ਨੂੰ, ਕਹਿ ਦੇ ਤੂੰ ਉਹ ਤਾਂ ਘਰ ਨਹੀਂ ਹੈ, ਮੈਂ ਤਾਂ ਕਹਿ ਬੈਠਾ ਵੀ ਅੰਦਰ ਪਿਆ ਸੁੱਤਾ। ਤੇ ਪੂਰਨ ਮਸੰਦ ਨੇ ਕਿਹਾ, ਤੂੰ ਜਾ ਕੇ ਕਹਿ ਦੇ ਮਹਾਰਾਜ ਸਾਹਮਣੇ ਬੈਠੇ ਸਭ ਕੁਝ ਸੁਣ ਰਹੇ ਨੇ।
ਜਦੋਂ ਇਹ ਬਾਜ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੰਨਾਂ ਵਿੱਚ ਪਈ, ਫਿਰ ਉੱਥੇ ਵਿਦਵਾਨ ਲਿਖਦਾ, ਭਾਵੇਂ ਕਲਗੀਧਰ ਪਾਏ ਮਹਾਰਾਜ ਦੇ ਪਰਥਾਏ ਨਹੀਂ ਲਿਖਿਆ, ਆਮ ਦੁਨੀਆ ਦੇ ਲੋਕਾਂ ਪਰਥਾਏ ਲਿਖਦਾ, ਜਦ ਵਕਤ ਅਨੁਸਾਨ ਤੇ ਆਣ ਪੈਂਦੇ, ਸਰਪਰਸੀਆਂ ਦੇ ਬਣ ਬਣ ਕੱਟ ਜਾਂਦੇ, ਉਹ ਬੁਰੇ ਭਲੇ ਦੀ ਨਾ ਕੋਈ ਪਰਖ ਕਰਦਾ, ਯਾਰ ਯਾਰਾਂ ਤੋਂ ਪਾਸਾ ਵੱਟ ਜਾਂਦੇ। ਚੱਕਰ ਭਾਵੀ ਦਾ ਜਿਨ੍ਹਾਂ ਦੇ ਪਿਆ ਸਿਰ ਤੇ ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚੱਟ ਜਾਂਦੇ, ਮਰਨਾ ਯਾਦ ਹੈ ਜਿਨ੍ਹਾਂ ਦੇ ਸਾਈਂ ਲੋਕਾ ਲਾਹਾ, ਇਸ ਜਹਾਨ ਵਿੱਚੋਂ ਖੱਟ ਜਾਂਦੇ। ਮਹਾਰਾਜ ਕਹਿਣ ਲੱਗੇ, ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਤਾਂ ਕਿਵੇਂ ਕਹਿੰਦਾ ਸੀ, ਇੱਕ ਵਾਰੀ ਗੇੜਾ ਮਾਰ ਜੋ, ਸਾਡੇ ਘਰ ਆ ਜੋ, ਗਰੀਬਾਂ ਦੇ ਘਰ ਨੂੰ ਪਵਿੱਤਰ ਕਰ ਜੋ। ਤੇ ਅੱਜ ਆਵਾਜ਼ ਕਿਹੋ ਜੀ ਗਰਮ ਆਵਾਜ਼ ਆਈ, ਤੇ ਦੂਜਾ ਝੂਠ ਬੋਲ ਦਿੱਤਾ ਵੀ ਜਾ ਕੇ ਕਹਿ ਦੋ ਬਈ ਉਹ ਤਾਂ ਘਰ ਦੇ ਵਿੱਚ ਨਹੀਂ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਉਹੀ ਮੂੰਹ ਹੈ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਨਾਲੇ ਵਸਤੂਆਂ ਲੈ ਕੇ ਜਾਂਦਾ ਸੀ ਤੇ ਨਾਲੇ ਉੱਥੇ ਜਾ ਕੇ ਕੀ ਬੇਨਤੀ ਕਰਦਾ ਸੀ। ਅੱਜ ਤੂੰ ਇਹ ਕਿਹੋ ਜਿਹਾ ਬਣ ਗਿਆ, ਕਿਉਂ? ਕਿਉਂਕਿ ਗਿਆਨੀ ਦਇਆ ਸਿੰਘ ਦਿਲਬਰ ਜੀ ਬੜੇ ਪਿਆਰ ਵਿੱਚ ਲਿਖਦੇ ਨੇ, ਖੜੀ ਉਡੀਕਾ ਸੂਰਜ ਨੂੰ ਮੈਂ ਆਣ ਕਿਸੇ ਨੇ ਤੋੜ ਲਈ, ਸੂਈਆਂ ਨਾਲ ਪਰੋ ਕੇ ਧਾਗੇ ਮੈਂ ਗਲ ਦੇ ਵਿੱਚ ਘਸੋੜ ਲਏ, ਖੁਸ਼ਬੂ ਨੂੰ ਲੁੱਟਿਆ ਪਰੇ ਸੁੱਟਿਆ, ਕੀਤਾ ਕੋਈ ਸਤਿਕਾਰ ਨਹੀਂ। ਮਤਲਬ ਦੀ ਹੈ ਦੁਨੀਆ ਲੋਕੋ, ਇੱਥੇ ਕੋਈ ਕਿਸੇ ਦਾ ਯਾਰ ਨਹੀਂ। ਜਿਉਣਿਆ ਉਹ ਪੂਰਨ ਮਸੰਦਾ, ਤੂੰ ਗੱਲ ਤਾਂ ਸੁਣ, ਦੇਖਦਾ ਸੀ ਇੱਕ ਵਾਰੀ ਆ ਕੇ, ਅੱਜ ਵਿਪਤਾ ਦੀ ਘੜੀ ਹੈ ਤੇ ਅੱਜ ਤੂੰ ਵੀ ਮੁਖ ਮੋੜ ਗਿਆ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਆਵਾਜ਼ ਸੁਣ ਲਈ। ਹੁਣ ਚੜਿਆ ਬੜੀ ਤੇਜ਼ੀ ਦੇ ਨਾਲ ਸੀ ਜਿਉਣਾ, ਪਰ ਹੌਲੀ ਹੌਲੀ ਉਤਰਿਆ ਆਉਂਦਾ, ਮੈਂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਕਿਵੇਂ ਜਾ ਕੇ ਕਹੂੰਗਾ ਬਈ ਉਹਨੇ ਮੈਨੂੰ ਜਵਾਬ ਦੇ ਦਿੱਤਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕੋਈ ਗੱਲ ਨਹੀਂ, ਜੇ ਅੱਜ ਇਹਨੇ ਵੀ ਮੁਖ ਮੋੜ ਲਿਆ ਪਰ ਮੇਰਾ ਮਾਲਕ ਨਾ ਮੁਖ ਮੋੜੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਜਿਉਣਾ ਹੱਥ ਜੋੜ ਕੇ ਬੈਠ ਗਿਆ। ਮਹਾਰਾਜ ਕਹਿਣ ਲੱਗੇ, ਕੋਈ ਗੱਲ ਨਹੀਂ, ਤੈਨੂੰ ਦੱਸਣ ਦੀ ਲੋੜ ਨਹੀਂ, ਅਸੀਂ ਸਭ ਕੁਝ ਸੁਣ ਲਿਆ। ਅੱਜ ਇਹ ਲੋਕ ਕਿਹੋ ਜਿਹੇ ਨੇ, ਬਿਪਤ ਭਰੀ ਸਭ ਹੀ ਸੰਗ ਛਾੜ ਕੋਉ ਨ ਆਵਤ ਨੇਰੈ। ਇਹ ਤਾਂ ਸਾਡੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ ਸੀ, ਤੈਨੂੰ ਬਿਪਤਾ ਪਈ ਤੋ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਉਣਾ ਆਪਣੇ, ਤੈਨੂੰ ਬਿਪਤਾ ਪਈ ਤੋ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਉਣਾ ਆਪਣੇ, ਤੈਨੂੰ ਬਿਪਤਾ ਪਈ ਤੋ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਉਣਾ ਆਪਣੇ, ਤੈਨੂੰ ਬਿਪਤਾ ਪਈ ਤੋ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਉਣਾ ਆਪਣੇ, ਪਈ ਤੋ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਉਣਾ ਆਪਣੇ, ਤੈਨੂੰ ਬਿਪਤਾ ਪਈ ਤੋ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਉਣਾ ਆਪਣੇ, ਜਿਨ੍ਹਾਂ ਨੂੰ ਜੀ ਬਣਾਉਣਾ ਆਪਣੇ, ਜਿਨ੍ਹਾਂ ਨੂੰ ਬਣਾਉਣਾ ਆਪਣੇ, ਉਹ ਜਿਨ੍ਹਾਂ ਨੂੰ ਜੀ ਬਣਾਉਣਾ ਆਪਣੇ, 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 ਤੈਨੂੰ ਬਿਪਤਾ ਪਈ ਤੋ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਉਣਾ ਆਪਣੇ, ਬਿਪਤਾ ਪਈ ਤੋ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਉਣਾ ਆਪਣੇ, ਤੈਨੂੰ ਬਿਪਤਾ ਪਈ ਤੋ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਉਣਾ ਆਪਣੇ, ਤੈਨੂੰ ਬਿਪਤਾ ਪਈ ਤੋ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਉਣਾ ਆਪਣੇ, ਬਿਪਤਾ ਪਈ ਤੋ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਉਣਾ ਆਪਣੇ, ਤੈਨੂੰ ਬਿਪਤਾ ਪਈ ਤੋ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਉਣਾ ਆਪਣੇ, ਬਿਪਤ ਭਰੀ
सब ही संग छाड़त को न आवत नहीं। मेरो मेरो सभे कहत है हित से बंध उचीत। अंत काल संगी नहीं को यह चर्ज है रीत। नानक भव जल पार पर जो गावे प्रभ के गीत। ते अज उस पूर्ण मसंद ने मुख मोड़ लिया। क्यों? मन विच है गुरु ते अज बिपता है। गुरु का अज बच्चा बच्चा जिहड़ा वो बैरी बनया होया है। मुगलिया पठान सारे बैरी बने हुए महाराज दे। जे मैं अपने घर दे विच पनाह दे दिती मेरा घर बार उजाड़ देणगे नाले मैनू मार देणगे। मौत तो डर गया। महाराज जी कहंदे मोहे मरने का चाओ है। धन गुरु गोबिंद सिंह महाराज जी कहन लगे कोई गल नहीं जिउणिया, जे उन्हें अज जवाब दे दिता मैं किते होर चलिया जाना है। पर उन्होंने कुछ ना कही। वो मौत तो डर गया पर मौत तो एक दिन आनी आनी है। ते धन गुरु गोबिंद सिंह महाराज जी तुर लगे। फिर जिउणे ने एक टिंड लिया लिया के टिंड जिहड़ी अग मच रही सी उस टिंड दे विच अग पा दिती, भर दिती टिंड। ते हथ ला के वेख्या चुक्की तो जानी नहीं। फिर उहदे विच रस्सी पा के उस टिंड दे विच रस्सी पा के ते कलगीधर पातशाह महाराज नूं फड़ा दिती। सच्चे पातशाह मैं गरीब हाँ, मेरी इन्नी कि सेवा प्रवान करियो ते किरपा करके मैं होर तां नहीं कुछ दे सकदा। मैं अपने घर लै जांदा जे मेरा घर हुंदा। मेरा घर नहीं है। मैं तां एक इस पूर्ण मसंद दा नौकर हाँ ते सच्चे पातशाह ते मेरी सेवा इन्नी क प्रवान कर लियो। जे मेरा घर हुंदा मैं अपने घर विच चाहे मैनू हुणी मार दिंदी मुगलिया फौज पर मैं अपने घर जरूर लेके जांदा। सच्चे पातशाह मेरा ना कोई अगे है ना कोई पिछे है। ते धन कलगीधर पातशाह महाराज जी बड़े खुश होए। भावे घड़ी घड़ी बिपता दी सी, इन्नियां बिपता दियां घड़ियां सी महाराज दे उत्ते, पर फिर भी धन गुरु गोबिंद सिंह महाराज सच्चे पातशाह कहन लगे जिउणिया वो तू धन है। ते धन गुरु गोबिंद सिंह महाराज सच्चे पातशाह जी ने बड़ा प्यार दिता। वो टिंड फड़ा दिती जिहड़ी अग वाली सी। ते धन गुरु गोबिंद सिंह महाराज सच्चे पातशाह अग वाली टिंड लैके अगे नूं तुर पे। महाराज जिथों तक अग गर्म रही सेक आउंदा रहा उत्थों तक आप जी सेकते जाओ। जो समाप्त होगी फिर अगे परमात्मा तुहाडा भी रखा है। आप खोदो तुसी आप नारायण कला तार जग में परवरे हो। ते धन गुरु गोबिंद सिंह महाराज सच्चे पातशाह फिर उस जिउणे दे घर दे विचों पूर्ण मसंद ने महाराज जी नूं नमस्कार कीती। सच्चा पातशाह तू धन है। वो दुनिया नूं सुख देण वाला अज दुखां दे विच फिरदा है। तेरे घर दे विचों तां एक नहीं दो नहीं अनेक ही सुख मिलदे सी। ते अज सच्चे पातशाह तू मालिक दुनिया दा। भाई जिउणा पढ़दा है कहन लग्या सच्चा पातशाह मैं सुनिया सी तेरे दर ते बड़े जांदे ने। तू मालिक दुनिया दा तू जगत, तू मालिक दुनिया दा जगत भिखारी है। 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 तू मालिक दुनिया दा जगत भिखारी है। मालिक दुनिया दा जगत भिखारी है। मालिक दुनिया दा जगत भिखारी है। धन गुरु गोबिंद सिंह महाराज सच्चे पातशाह
पातशाह जी की फिर नमस्कार करके परिक्रमा करी जिउणे ने। फिर महाराज इत्थों आके फिर अगे गुलाबा ते पंजाबा दो सक्के भरा ने ते उत्थे ही रहन वाली एक माता जी का नाम माता गुरदई। उन्हें भावे गरीबी की हालत विच है, निहाले खत्री की पुत्री है, उन्हें अर्ज की सच्चे पातशाह आपदे घर दे विच बैठ के मैं 5 चोले अर्पण करने तुहानू 5 हथी सूत कत के ते मैं अपने हथ दे नाल कपड़ा बुन के ते खद्दर दे 5 चोले भेटा करने ने। 4 भेटा कर चुकी है, एक रह गया। उधरों एक चोला रह गया ते उधरों बुढ़ापा आ गया, जरियाई जोबन हारिया, माता दे उत्ते बुढ़ापा आ गया। ते बाबा फरीद जी कहंदे हुण चल फिर नहीं सकती, अंदर बैठी है ते अरदासां बेनतियां कर रही है। सच्चा पातशाह कृपा कर दिओ, पता ही नहीं ये शरीर कदों नाश बनता, कदों चलिया जाना है, ते आप कृपा कर दिओ। अंदर बैठी अरदासां बेनतियां कर रही है। ओदी अरदास गुलाबे पंजाबे की अरदास, गनी खां ते नवी खां 2 सके भरावां की अरदास, 5 जाणियां की अरदास नूं मुख रखदिआं ते सच्चे पातशाह माछूवाड़ दे जंगलां दे विच जा पहुंचे। फिर माता अपने घर बैठी कह रही है, बंदा नदी दे किनारे वाला रुखड़ा ताल की गिर जाऊगा, बंदा नदी दे ताल की गिर जाऊंगा, किनारे वाला रोड़ा ताल की गिर जाऊंगा, बंदा नदी दे किनारे वाला रुखड़ा ताल की गिर जाऊंगा, किनारे वाला रुखड़ा ताल की गिर जाऊंगा, बंदा नदी दे किनारे वाला रुखड़ा ताल की गिर जाऊंगा, बंदा नदी दे किनारे वाला रुखड़ा जी, बंदा नदी दे किनारे वाला रुखड़ा, नदी दे किनारे वाला रुखड़ा, बंदा 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 नदी दे किनारे वाला रुखड़ा ताल की गिर जाऊंगा, बंदा नदी दे किनारे वाला रुखड़ा ताल की गिर जाऊंगा, नदी दे किनारे वाला रुखड़ा ताल की गिर जाऊंगा, बंदा नदी दे किनारे वाला रुखड़ा ताल की गिर जाऊंगा, किनारे वाला रुखड़ा ताल की गिर जाऊंगा, बंदा नदी के किनारे वाला रुखड़ा ताल की गिर जाऊंगा। माता गुरदई दी अरदास ते गुलाबे पंजाबे दे खूह उत्ते सच्चे पातशाह महाराज जी पहुंच गए। बार बार जिहड़ा वो खेत सी उहदे खूह ते महाराज जी ने इशनान किया। धन गुरु गोबिंद सिंह महाराज ने जल कढ़िया खूह दे विचों इशनान किया। फिर विद्वान लिखदा कहंदे 72 घंटे हो गए सी महाराज जी ने अन्न जल नहीं छकिया। 72 घंटे ते महाराज दे शरीर उत्ते लग्या होया जिहड़ा कमर कसा सी वो ना मास दे विच बैठ गया सी। गिला कर करके फिर महाराज जी ने वो कमर कसा वधाया। इशनान करके फिर सच्चे पातशाह महाराज जी ने चौंकड़ा ला लिया।
ਚੌਂਕੜਾ ਲਾ ਕੇ ਫਿਰ ਜਪਜੀ ਸਾਹਿਬ ਦਾ ਪਾਠ ਕੀਤਾ। ਜਾਪ ਸਾਹਿਬ 199 ਪੌੜੀਆਂ ਉਹ ਪਾਠ ਸੰਪੂਰਨ ਕੀਤਾ। ਫਿਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਾਪ ਸਾਹਿਬ ਤੋਂ ਉਪਰੰਤ ਫਿਰ ਸਵਈਏ ਪੜ੍ਹੇ, 10 ਸਵਈਏ। 10ਵੇਂ ਗ੍ਰੰਥ ਸਾਹਿਬ ਦੇ ਵਿੱਚ 33 ਸਵਈਏ ਲੜੀਵਾਰ ਆਉਂਦੇ ਨੇ, ਜਿਨ੍ਹਾਂ ਦੇ ਵਿੱਚ 10 ਸਵਈਏ ਸਾਨੂੰ ਹੁਕਮ ਹੈ ਅੰਮ੍ਰਿਤ ਵੇਲੇ ਪੜ੍ਹਨ ਦਾ। ਫਿਰ ਅੱਗੇ 29 ਪੌੜੀਆਂ ਚੌਪਈ ਸਾਹਿਬ ਦੀਆਂ ਆ ਗਈਆਂ। ਤੇ ਹਜੇ ਸੱਚੇ ਪਾਤਸ਼ਾਹ ਮਹਾਰਾਜ ਜੀ ਜਾਪ ਸਾਹਿਬ ਦੀ ਸਮਾਪਤੀ ਕਰਕੇ ਹਟੇ ਸੀ। ਭਾਈ ਦਇਆ ਸਿੰਘ ਜੀ ਨੇ ਦੇਖਿਆ ਆਹ ਸਾਹਮਣੇ ਜੰਗਲ ਦੇ ਵਿੱਚ ਹੈ, ਬੜੀ ਚਮਕ ਪੈ ਰਹੀ ਹੈ। ਕੌਣ ਹੋਇਆ? ਜੰਗਲ ਦੇ ਵਿੱਚ ਦੇਖੋ ਜਾਨਵਰ ਕਿੰਨੇ ਖੜੇ ਨੇ ਆਲੇ ਦੁਆਲੇ, ਤੇ ਅੱਡੋ ਅੱਡੀ ਫਿਰ ਜਿਹੋ ਜਿਹੋ ਜੀ ਕਿਸੇ ਦੀ ਭਾਵਨਾ ਹੁੰਦੀ ਹੈ ਉੱਥੇ ਉਹਦੀ ਨਿਗਾਹ ਜਾਂਦੀ ਹੈ। ਉਹ ਜਿਹੜੀ ਚਮਕ ਪੈਂਦੀ ਹੈ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਹੱਥ ਦੇ ਵਿੱਚ ਇੱਕ ਗੁਲਸਤਾਨ ਪਾਇਆ ਹੋਇਆ ਹੈ। ਜਦੋਂ ਮਹਾਰਾਜ ਚਿੱਲਾ ਚਾੜਦੇ ਨੇ ਹੱਥ ਉੱਤੇ ਅਟਣ ਪੈ ਜਾਂਦਾ ਹੈ। ਅਟਣ ਪੈਣ ਤੋਂ ਮਹਾਰਾਜ ਦੇ ਹੱਥ ਦੇ ਵਿੱਚ ਇੱਕ ਗੁਲਸਤਾਨ ਪਾਇਆ ਹੋਇਆ ਹੈ, ਜਿਹਦੇ ਵਿੱਚ 1.25 ਲੱਖ ਦਾ ਇੱਕ ਹੀਰਾ ਲੱਗਿਆ ਹੋਇਆ ਹੈ। ਜਿਸ ਹੀਰੇ ਦੀ ਬੜੀ ਦੂਰ ਤੱਕ ਚਮਕ ਜਾਂਦੀ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਰਾਮ ਦੇ ਨਾਲ ਤੇ ਜਿਹੜਾ ਉਹ ਪਏ ਨੇ ਸਰਾਣਾ ਟਿੰਡ ਥੱਲੇ ਰੱਖੀ ਹੋਈ ਹੈ, ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਆਲੇ ਦੁਆਲੇ ਜਾਨਵਰ ਹੈ। ਮਹਾਰਾਜ ਜੀ ਭਾਈ ਦਇਆ ਸਿੰਘ ਕਹਿਣ ਲੱਗੇ ਉੱਥੇ ਜਾ ਕੇ ਵੇਖੋ ਇੰਨੇ ਜਾਨਵਰ ਖੜੇ ਨੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੇ ਭਾਈ ਦਇਆ ਸਿੰਘ ਜੀ ਚਲੇ ਗਏ। ਦੇਖਿਆ ਮੁਖ ਵਿੱਚੋਂ ਆਵਾਜ਼ ਆ ਰਹੀ ਹੈ, ਬਾਣੀ ਦੀ ਆਵਾਜ਼ ਆ ਰਹੀ ਹੈ। ਇੰਨੀਆਂ ਦੁੱਖ ਦੀਆਂ ਘੜੀਆਂ ਦੇ ਵਿੱਚ ਗੁਰੂ ਦੇ ਮੁਖ ਵਿੱਚੋਂ ਆਵਾਜ਼ ਆ ਰਹੀ ਹੈ, ਤੇ ਸਾਡੇ ਕੋਲੇ ਸੁੱਖ ਦੀਆਂ ਘੜੀਆਂ ਨੇ, ਅਸੀਂ ਫੇਰ ਵੀ ਮਨ ਹਰਾਮੀ ਖੁੱਜਤਾ ਢੇਰ। ਫਿਰ ਵੀ ਕਹਿ ਦਿੰਦੇ ਆ ਕੀ ਕਰੀਏ, ਕੰਮ ਧੰਦਾ ਹੀ ਇੰਨਾ ਹੈ। ਉਹ ਗੁਰੂ ਦੇਖੋ ਬਿਪਤਾ ਦੀ ਘੜੀ ਦੇ ਵਿੱਚ ਵੀ ਫਿਰ ਵੀ ਆਰਾਮ ਕਰਦਾ ਹੈ, ਨਾਲੇ ਬਾਣੀ ਪੜ੍ਹ ਰਿਹਾ ਹੈ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਫਿਰ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਚਲੇ ਗਏ। ਦੇਖਿਆ ਮੁਖ ਵਿੱਚੋਂ ਬਾਣੀ। ਭਾਈ ਦਇਆ ਸਿੰਘ ਜੀ ਨੇ ਇਸ਼ਾਰਾ ਕਰ ਦਿੱਤਾ, ਜਿੰਨਾ ਚਿਰ ਬਾਣੀ ਸੰਪੂਰਨ ਨਹੀਂ ਹੁੰਦੀ ਉਹਨਾਂ ਚਿਰ ਕਿਸੇ ਨੇ ਵੀ ਮਹਾਰਾਜ ਨੂੰ ਉਠਾਉਣਾ ਨਹੀਂ ਹੈ। ਤੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਆ ਜਿਹੜੇ ਜਾਨਵਰ ਨੇ ਦੇਖਿਓ ਕਿਤੇ। ਭਾਈ ਦਇਆ ਸਿੰਘ ਜੀ ਕਹਿਣ ਲੱਗੇ ਜੰਗਲ ਦੇ ਜਾਨਵਰੋ ਦੇਖਿਓ ਰੌਲਾ ਨਾ ਪਾਇਓ। ਕਿਉਂ? 72 ਘੰਟਿਆਂ ਦੇ ਮਹਾਰਾਜ ਨੇ ਕੰਡ ਨਹੀਂ ਲਾਈ ਧਰਤੀ ਉੱਤੇ, ਬੈਠੇ ਨਹੀਂ ਚਮਕੌਰ ਦੀ ਗੜੀ ਵਿੱਚ। 72 ਘੰਟੇ ਲਗਾਤਾਰ ਜੰਗ ਹੁੰਦਾ ਰਿਹਾ। ਉਹ ਜੇ ਕਿਤੇ ਕਿਸੇ ਵੀ ਜਾਨਵਰ ਨੇ ਆਵਾਜ਼ ਦੇ ਦਿੱਤੀ ਫਿਰ ਮਾਹੀ ਉੱਠ ਨਾ ਖੜੇ। ਜੰਗਲ ਦੇ ਜਾਨਵਰੋ ਸੁੱਤਾ ਜਾਗ ਪਵੇ ਨਾ ਮਾਈ। 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 ਜਾਨਵਰੋ ਸੁੱਤਾ ਜਾਗ ਪਵੇ ਨਾ ਮਾਹੀ। ਜੰਗਲ ਦੇ ਜਾਨਵਰੋ ਸੁੱਤਾ ਜਾਗ ਪਵੇ ਨਾ ਮਾਹੀ। 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 ਅੱਜ ਤਾਂ ਪੂਰੀ ਆਨੰਦ ਪਈ ਤਰਸੇ ਪਿਆਰੇ ਬਾਜੋ ਪਿਆਰੇ ਬਾਜੋ। ਪੂਰੀ ਆਨੰਦ ਪਈ ਤਰਸੇ ਪਿਆਰੇ ਬਾਜੋ ਪ੍ਰੀਤਮ ਬਾਜੋ। ਪੂਰੀ ਆਨੰਦ ਪਈ ਤਰਸੇ ਪਿਆਰੇ ਬਾਜੋ ਪਿਆਰੇ ਬਾਜੋ। ਪੂਰੀ ਆਨੰਦ ਪਈ ਤਰਸੇ ਪਿਆਰੇ ਬਾਜੋ ਪਿਆਰੇ ਬਾਜੋ। ਪੂਰੀ ਆਨੰਦ ਪਈ ਪਿਆਰੇ ਬਾਜੋ ਪਿਆਰੇ ਬਾਜੋ। ਪੂਰੀ ਆਨੰਦ ਪਈ ਪਿਆਰੇ ਬਾਜੋ ਪਿਆਰੇ ਬਾਜੋ। ਭਾਈ ਦਇਆ ਸਿੰਘ ਜੀ
ਆਪ ਸਿੱਖਾਂ ਨੂੰ ਰੋਕ ਰਹੇ ਨੇ ਵੀ ਮਹਾਰਾਜ ਨੂੰ ਉਠਾਉਣਾ ਨਹੀਂ ਹੈ ਕਿਸੇ ਨੇ ਵੀ। ਉਹ 72 ਘੰਟੇ ਹੋ ਗਏ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਧਰਤੀ ਤੇ ਕੰਡ ਦੀ ਲਾਈ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਮੁਖ ਵਿੱਚੋਂ ਬਾਣੀ ਦੀ ਆਵਾਜ਼ ਆ ਰਹੀ ਹੈ ਤੇ ਮਹਾਰਾਜ ਜੀ ਜੰਗਲ ਦੇ ਜਾਨਵਰਾਂ ਨੂੰ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਦਰਸ਼ਨ ਕਰ ਲੋ ਜ਼ਰੂਰ ਪਰ ਦੇਖਿਓ ਕਿਤੇ ਉਠਾ ਨਾ ਦਿਓ ਮਹਾਰਾਜ ਨੂੰ। ਹਵਾ ਚੱਲਦੀ ਹੈ, ਹਵਾ ਨੂੰ ਵੀ ਭਾਈ ਦਇਆ ਸਿੰਘ ਜੀ ਕਹਿ ਰਹੇ ਨੇ ਦੇਖ ਕੇ ਹੌਲੀ ਚੱਲ ਕਿਤੇ ਮੇਰਾ ਮਾਹੀ ਜਾਗ ਨਾ ਪਵੇ। ਤੇ ਮਹਾਰਾਜ ਜੀ ਨੇ ਸਵਈਏ ਪੜ੍ਹ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਤੇ ਅੱਗੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਸ੍ਰੀ ਚੌਪਈ ਸਾਹਿਬ ਜੀ ਦਾ ਪਾਠ ਪ੍ਰਾਰੰਭ ਕਰ ਦਿੱਤਾ। ਪੰਜ ਬਾਣੀਆਂ ਦਾ ਜ਼ਿਕਰ ਮਹਾਰਾਜ ਜੀ ਨੇ ਆਪ ਕੀਤਾ ਤੇ ਸਿੱਖ ਨੂੰ ਅੱਗੇ ਤਾਕੀਦ ਕੀਤੀ ਹੈ। ਅੱਜ ਦੇ ਭਾਵੇਂ ਨਾਸਤਿਕ ਖਾਲਸੇ ਐਸੇ ਨੇ ਜਿਹੜੇ ਕਹਿੰਦੇ ਅਸੀਂ ਦਸਮ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ। ਹਾਂ, ਬਹੁਤਾ ਹਿੱਸਾ ਗੁਰਬਾਣੀ ਦਾ ਦਸਮ ਗ੍ਰੰਥ ਸਾਹਿਬ ਦੇ ਵਿੱਚੋਂ ਪੜ੍ਹਿਆ ਜਾਂਦਾ। ਜਿਹੜੀ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੇ ਇਹ ਵੀ ਦਸਮ ਗ੍ਰੰਥ ਸਾਹਿਬ ਦੇ ਵਿੱਚੋਂ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜਕਾਰਾ ਲਾਉਣੇ ਇਹ ਵੀ ਦਸਮ ਗ੍ਰੰਥ ਸਾਹਿਬ ਦੇ ਵਿੱਚੋਂ ਹੈ। ਅਰਦਾਸ ਦੇ ਪਹਿਲੇ ਬੋਲਨੇ ਅਰਦਾਸ ਸ਼ੁਰੂ ਕਰਦੇ ਆ ਇਹ ਵੀ ਦਸਮ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਤਿੰਨ ਬਾਣੀਆਂ ਜਾਪ ਸਾਹਿਬ ਸਬਈਏ ਤੇ ਚੌਪਈ ਸਾਹਿਬ ਇਹ ਵੀ ਦਸਮ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਹੈ। ਤੇ ਅੱਜ ਬਹੁਤੇ ਨਾਸਤਿਕ ਲੋਕ ਕਹਿੰਦੇ ਅਸੀਂ ਦਸਮ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਹੈ ਪਰ ਬਾਣੀ ਜ਼ਰੂਰ ਪੜ੍ਹਦੇ ਹੈ। ਤੇ ਉਸ ਬਾਣੀ ਵਿੱਚੋਂ ਅੱਜ ਚੌਥੀ ਬਾਣੀ ਫਿਰ ਮਹਾਰਾਜ ਜੀ ਪੜ੍ਹ ਰਹੇ ਨੇ। ਨਾਲੇ ਪਿਆਰ ਵਿੱਚ ਆ ਕੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਕਿਹਾ ਸੁਖੀ ਬਸੈ ਮੋਰੋ ਪਰਵਾਰਾ 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 ਉਹ ਸੇਵਕ ਸਿੱਖ ਸਭੈ ਕਰਤਾਰਾ 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 ਸੁਖੀ ਬਸੈ ਮੋਰੋ ਪਰਵਾਰਾ ਸੁਖੀ ਬਸੈ ਮੋਰੋ ਪਰਵਾਰਾ ਸੁਖੀ ਬਸੈ ਮੋਰੋ ਪਰਵਾਰਾ ਮੋਰੋ ਪਰਵਾਰਾ ਸੁਖੀ ਬਸੈ ਮੋਰੋ ਪਰਵਾਰਾ। ਇਸ ਬਾਣੀ ਦਾ ਮਹਾਰਾਜ ਜੀ ਨੇ ਜਾਪ ਕੀਤਾ ਉਹ ਕੱਲ ਨੂੰ ਇੱਥੋਂ ਸ਼ੁਰੂ ਕਰਾਂਗੇ। ਧੰਨਵਾਦ ਸਾਰੀਆਂ ਸੰਗਤਾਂ ਦਾ ਜੋ ਸਾਰੇ ਨਾਲ ਸਭ ਦੀ ਬਾਣੀ ਵਿੱਚ ਅਰਦਾਸ ਸੁਖਨਾਮਾ ਪ੍ਰਸ਼ਾਦ ਫਿਰ ਚਾਹ ਛਕ ਕੇ ਆਪ ਜੀ ਨੇ ਜਾਣ ਦੀ ਕਿਰਪਾਲਤਾ ਕਰਨੀ ਬੇਨਤੀ ਹੈ ਭਾਈ ਸੰਗਤ ਨੂੰ ਜਿਨ੍ਹਾਂ ਨੇ ਤੱਕ ਚਾਹ ਦੇ ਲੰਗਰ ਦੇ ਵਿੱਚ ਯੋਗਦਾਨ ਨਹੀਂ ਪਾਇਆ ਚਾਹ ਸੇਵਾ ਨਹੀਂ ਕਰਵਾਈ ਜ਼ਰੂਰ ਆਪੋ ਆਪਣਾ ਨਾਮ ਦਰਜ ਕਰਾਓ। ਉਹਦਾ ਮਹੀਨਾ ਤਾਂ ਸਾਰਾ ਚਾਹ ਦਾ ਚਲਾਈਏ ਆਪਾਂ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਹੋਰ ਤਾਂ ਨਹੀਂ ਕੁਝ ਕਰ ਸਕਦੇ। ਚਲੋ ਸਾਡੇ ਵਿੱਚ ਏਡੀ ਵੱਡੀ ਸ਼ਹਾਦਤ ਨਹੀਂ ਵੀ ਅਸੀਂ ਕੁਰਬਾਨੀ ਕਰ ਦਈਏ ਆਪਣੀ ਸ਼ਹੀਦੀ ਦੇ ਦਈਏ ਨਹੀਂ ਪਰ ਇੰਨੀ ਕੁ ਸੇਵਾ ਕਰਕੇ ਆਪਾਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਖੁਸ਼ੀ ਹਾਸਲ ਕਰ ਲਈਏ। ਸੋ ਬੇਨਤੀ ਜ਼ਰੂਰ ਪ੍ਰਵਾਨ ਕਰਿਓ। ਰਾਮਕਲੀ ਮਾਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਹਿਜ ਦੀ ਮਨ ਦੀਆਂ ਵਧਾਈਆਂ ਰਾਗ ਤਨ ਪਰਵਾਰ ਪ੍ਰਿਆ ਸ਼ਬਦ ਗਾਵਣੇ ਆਈਆਂ ਅਬ ਲੋਟਾ ਗਾਓ ਹਰੀ ਤੇਰਾ ਮਨ ਜਿ ਵਸਾਇਆ ਨਾਨਕ ਆਨੰਦ ਸਤਿਗੁਰੂ ਮੈਂ ਪਾਇਆ ਮਨ ਮੇਰਾ ਤੂੰ ਗਾਵਣ ਵਾਲੇ ਸਾਰੋ ਤੂੰ ਮਨ ਮੇਰੇ ਦੁਖ ਗਵੀ ਸਾਰਨਾ ਵੀ ਸਾਰੋ ਕਰੇ
ਮੇਰਾ ਕਾਰਜ ਸਭ ਸਵਾਰਣਾ ਰਤਵਾਨੀ ਸ਼ੋਕ ਮਨ ਵਿਸਾਰੇ ਐ ਨਾਨਕ ਮਨ ਮੇਰੇ ਸਦਾ ਰੋਵਰਣਾ ਦੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੈ ਜਿਤੇ ਗੋ ਪਾਵੇ ਸਾਜੀ ਦੀ ਸਲਾਹ ਤੇਰੀ ਨਾਮ ਮਨ ਵਿਸਾਵੇ ਨਾਮ ਜਿਨਕੈ ਮਨ ਵਸਿਆ ਵਜੇ ਸਭ ਕਨੇਰੇ ਐ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਮੇਰਾ ਆਧਾਰ ਸਾਧਨਾ ਆਧਾਰ ਮੇਰਾ ਜਨ ਭੁਖਾ ਦਾ ਭਗਵਾਨ ਹੁਕਮ ਨੇ ਵਿਸਿਆ ਜਨੀਛਾ ਸੱਚ ਜਾਈਆਂ ਟੋ ਜਿਸ ਆਏ ਬੜਾਈਆਂ ਐ ਨਾਨਕ ਸੁਣਾ ਸੰਤੋ ਸਭ ਕਰੋ ਪਿਆਰ ਸਾਡਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਭ ਤੇ ਘਰ ਸੁਪਾਗੈ ਸਰਦਾ ਸ਼ਬਦ ਵਾਜੇ ਕਲਾ ਜਿਤ ਪ੍ਰਤਾਰੀਆ ਤੁਲ ਵਾਸ ਜਿਤੇ ਕਾਲ ਕੰਟਕ ਮਾਰਿਆ ਮੈਂ ਤੁਜਨ ਕੋ ਸੁਨਾ ਮਰ ਪਹਿਲਾ ਕੇ ਨਾਨਕ ਦਾ ਕੋ ਆਦਤ ਕਰਿਆ ਨਦ ਵਾਜੇ ਅਮਿਸਨੋ ਬੁਰਭਾਗਿਓ ਸਗਨ ਮਨੋਰਥ ਪੂਰੇ ਆਵਨੇ ਪ੍ਰਭਾਇਆ ਉਤਰੇ ਸਗਲ ਸੂਰੇ ਗੰਗਾ ਪੁੱਤਰੇ ਸੁਣੀ ਸੱਚੀ ਬਾਣੀ ਸਾਜਨ ਪਏ ਦਰਜੇ ਪੂਰੇ ਉਰਤੇ ਜਾਣੀ ਸੁਣੇ ਮਿੰਗਾ ਤੇ ਫਿਰ ਸਤਿਗੁਰੇ ਆ ਭਰਪੂਰ ਗੁਰ ਕਰਨ ਲਾਗੇ ਵਾਜੇ ਅਨੰਦ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ